कई बार खबरां पढ़न तो बाद इंज लगदा है कि आखिरकार यह दुनिया दे विच हो की ਰਿਹਾ है। नाबालग बच्चे बच्चियां भी इस कदर चिंता ਅਤੇ दुखां ਦੇ ਵਿੱਚ ਘਿਰੇ ਹੋਏ ਨੇ ਕਿ ਉਹ ਜਿਉਣ ਨੂੰ ਔਖਾ ਅਤੇ ਮਰਨ ਨੂੰ ਸੌਖਾ ਸਮਝ ਬੈਠਦੇ ਨੇ। ਨਾਬਾਲਗ ਕੁੜੀ ਦੇ ਵੱਲੋਂ ਆਪਣੀ ਜਾਨ ਦਿੱਤੀ ਗਈ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਇੱਕ ਮੁੰਡੇ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਇੰਨਾ ਹੀ ਨਹੀਂ, ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਉਸ ਕੁੜੀ ਦੇ ਪਿਤਾ ਨੂੰ ਗੱਡੀ ਥੱਲੇ ਕੁਚਲ ਦਿੱਤਾ ਜਾਵੇਗਾ। ਅਜਿਹੇ ਮਾਹੌਲ ਦੇ ਵਿੱਚ ਇੱਕ ਬੱਚੇ ਦੇ ਸਿਰ ਤੇ ਕਿਹੋ ਜਿਹੀ ਚਿੰਤਾਵਾਂ ਮੰਡਰਾ ਰਹੀਆਂ ਹੋਣਗੀਆਂ ਤੁਸੀਂ ਇਹ ਸੋਚ ਸਕਦੇ ਹੋ। ਇੱਕ ਨਾਬਾਲਗ ਬੱਚਾ ਜਿਸ ਦੀ ਸਮਝ ਹਲੇ ਘੱਟ ਹੁੰਦੀ ਹੈ, ਡਰ ਲੱਗਦਾ ਉਸ ਨੂੰ ਕਿਸੇ ਦੇ ਸਾਹਮਣੇ ਆਪਣੀ ਗੱਲ ਰੱਖਦੇ ਹੋਏ ਤੇ ਡਰ ਲੱਗਦਾ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਨੂੰ ਲੈ ਕੇ ਵੀ। ਕੋਈ ਰਾਹ ਜਦੋਂ ਨਹੀਂ ਦਿਖਦਾ ਤਾਂ ਹਰ ਪਾਸੇ ਤੋਂ ਮਜਬੂਰ ਬੱਚੇ ਅਜਿਹਾ ਗਲਤ ਕਦਮ ਚੁੱਕ ਬੈਠਦੇ ਨੇ ਜਿਸ ਦਾ ਖਾਮਿਆਜ਼ਾ ਬਾਅਦ ਦੇ ਵਿੱਚ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਰੋਂਦੇ ਕੁਰਲਾਉਂਦੇ ਮਾਪਿਆਂ ਦੇ ਵੱਲੋਂ ਆਪਣੀ ਧੀ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹੈ। ਇੱਕ ਨਾਬਾਲਗ ਬੱਚੀ ਜੋ ਕਿ ਆਪਣੇ ਘਰ ਦੇ ਵਿੱਚ ਰਹਿੰਦੀ ਸੀ, ਘਰਦਿਆਂ ਦੇ ਕੰਮ ਦੇ ਵਿੱਚ ਹੱਥ ਵਟਾਉਂਦੀ ਸੀ, ਪਰ ਕਿਸੇ ਦਰਿੰਦੇ ਦੇ ਵੱਲੋਂ ਇਸ ਤੇ ਆਪਣੀ ਗੰਦੀ ਨਜ਼ਰ ਰੱਖੀ ਗਈ। ਉਸ ਤੋਂ ਬਾਅਦ ਇਸ ਕੁੜੀ ਨੂੰ ਟਾਰਚਰ ਕੀਤਾ ਗਿਆ, ਇਸ ਹੱਦ ਤੱਕ ਇਸ ਨੂੰ ਤੰਗ ਪਰੇਸ਼ਾਨ ਕਰ ਦਿੱਤਾ ਗਿਆ ਕਿ ਉਸ ਦੇ ਲਈ ਜਿਉਣਾ ਤੱਕ ਔਖਾ ਹੋ ਗਿਆ। ਜਿਸ ਤੋਂ ਬਾਅਦ ਇਸ ਕੁੜੀ ਨੂੰ ਧਮਕੀਆਂ ਮਿਲਦੀਆਂ ਰਹੀਆਂ ਕਿ ਤੇਰੇ ਪਿਤਾ ਨੂੰ ਗੱਡੀ ਥੱਲੇ ਕੁਚਲ ਦਿੱਤਾ ਜਾਵੇਗਾ। ਇਹ ਧਮਕੀ ਦੇਣ ਵਾਲਾ ਖੁਦ ਇੱਕ ਡਰਾਈਵਰ ਸੀ। ਇਸੇ ਕਰਕੇ ਕੁੜੀ ਉਹ ਸਾਰਾ ਸੀਨ ਸੋਚ ਕੇ ਕੰਬ ਜਾਂਦੀ ਹੋਣੀ ਹੈ ਕਿ ਉਸਦੇ ਪਿਤਾ ਨੂੰ ਗੱਡੀ ਹੇਠਾਂ ਕੁਚਲ ਦਿੱਤਾ ਜਾਣਾ ਹੈ। ਅਬੋਹਰ ਦੇ ਵਿੱਚ ਇੱਕ ਨਾਬਾਲਗ ਬੱਚੀ ਦੇ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਦੇ ਕਿ ਇੱਕ ਮੁੰਡੇ ਦੇ ਵੱਲੋਂ ਉਸ ਕੁੜੀ ਨੂੰ ਇੰਨਾ ਜ਼ਿਆਦਾ ਦੁਖੀ ਕਰ ਦਿੱਤਾ ਗਿਆ ਕਿ ਉਸ ਬੱਚੀ ਨੇ ਇਹ ਗਲਤ ਰਸਤਾ ਫੜ ਲਿਆ। ਦੱਸ ਦਈਏ ਕਿ ਉਸ ਦੀ ਮ੍ਰਿਤਕ ਦੇਹ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ, ਜਿੱਥੇ ਪੁਲਿਸ ਵਾਲੇ ਵੀ ਉੱਥੇ ਪਹੁੰਚੇ ਅਤੇ ਅੱਗੇ ਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਤੇ ਕੁੜੀ ਦੇ ਪਿਤਾ ਦੇ ਮੁਤਾਬਕ ਮੁੰਡਾ ਉਹਨਾਂ ਦੀ ਕੁੜੀ ਨੂੰ ਹੱਦੋਂ ਵੱਧ ਪਰੇਸ਼ਾਨ ਕਰਦਾ ਸੀ। ਤੰਗ ਪਰੇਸ਼ਾਨੀ ਦੇ ਚਲਦੇ ਹੀ ਟਾਰਚਰ ਕੀਤਾ ਗਿਆ ਸੀ ਉਸ ਬੱਚੀ ਨੂੰ ਤੇ ਉਸਨੇ ਆਪਣੀ ਜਾਨ ਦੇ ਦਿੱਤੀ। ਉਹਨਾਂ ਦੀ ਕੁੜੀ ਨੇ ਉਹਨਾਂ ਨੂੰ ਦੱਸਿਆ ਵੀ ਸੀ ਕਿ ਆਖਿਰਕਾਰ ਉਸਦੇ ਨਾਲ ਇਹ ਕੀ ਚੱਲ ਰਿਹਾ ਹੈ, ਪਰ ਉਸਦੇ ਬਾਵਜੂਦ ਵੀ ਉਸਦੇ ਦਿਮਾਗ ਦੇ ਵਿੱਚੋਂ ਉਹ ਸਾਰਾ ਡਰ, ਉਹ ਸਾਰੀਆਂ ਧਮਕੀਆਂ ਭਰੀਆਂ ਗੱਲਾਂ ਅਤੇ ਉਸ ਮੁੰਡੇ ਦਾ ਡਰ ਜ਼ਿਹਨ ਦੇ ਵਿੱਚੋਂ ਨਹੀਂ ਜਾ ਰਿਹਾ ਸੀ। ਮਾਪਿਆਂ ਦੇ ਵੱਲੋਂ ਆਪਣੀ ਬੱਚੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਬੱਚੇ ਨੂੰ ਉਨੀ ਜ਼ਿਆਦਾ ਸੁਰੱਖਿਅਤ ਮਹਿਸੂਸ ਨਹੀਂ ਹੋਈ, ਜਿਸ ਕਰਕੇ ਉਸਨੇ ਖੁਦ ਨੂੰ ਹੀ ਖਤਮ ਕਰ ਲਿਆ। ਪੁਲਿਸ ਦੇ ਮੁਤਾਬਕ ਵੀ ਪਿਛਲੇ 1 ਮਹੀਨੇ ਤੋਂ ਕੁੜੀ ਨੂੰ ਉਹ ਲੜਕਾ ਪਰੇਸ਼ਾਨ ਕਰ ਰਿਹਾ ਸੀ ਅਤੇ ਇਸ ਸਾਰੇ ਮਾਮਲੇ ਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇੱਕ ਬੱਚੀ ਦੀ ਹਾਲਤ 1 ਮਹੀਨੇ ਤੋਂ ਅਜਿਹੀ ਸੀ, ਕਰੀਬ 30 ਦਿਨ ਉਹ ਆਪਣੇ ਆਪ ਨਾਲ ਜੂਝਦੀ ਰਹੀ। ਆਪਣੇ ਮਾਪਿਆਂ ਦੇ ਨਾਲ ਉਸਨੇ ਗੱਲਬਾਤ ਕੀਤੀ। ਗੱਲਬਾਤ ਵੀ ਬੱਚਾ ਉਸ ਸਮੇਂ ਕਰ ਪਾਉਂਦਾ ਹੈ ਜਦੋਂ ਉਸ ਨੂੰ ਮਾਹੌਲ ਸੁਖਾਲਾ ਮਿਲੇ ਤੇ ਦੂਸਰੇ ਪਾਸੇ ਜਦੋਂ ਉਸਦੇ ਆਪਣੇ ਹੱਥ ਦੇ ਵਿੱਚ ਕੁਝ ਵੀ ਨਾ ਹੋਵੇ। ਬੱਚਿਆਂ ਨੂੰ ਹਮੇਸ਼ਾ ਮਾਪਿਆਂ ਦੇ ਨਾਲ ਆਪਣੀਆਂ ਅਜਿਹੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਅਤੇ ਇਸ ਲੜਕੀ ਦੇ ਵੱਲੋਂ ਵੀ ਇੰਜ ਹੀ ਕੀਤਾ ਗਿਆ ਸੀ। ਮਾਪਿਆਂ ਦੇ ਵੱਲੋਂ ਵੀ ਪੂਰੀ ਤਰ੍ਹਾਂ ਦੇ ਨਾਲ ਬੱਚੀ ਨੂੰ ਸਹਿਯੋਗ ਦਿੱਤਾ ਗਿਆ, ਉਸ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ, ਉਸ ਬੱਚੀ ਨੂੰ ਸਮਝਾਇਆ ਗਿਆ ਸੀ ਅਤੇ ਉਸ ਲੜਕੇ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਉਹ ਨਾ ਕਰੇ। ਪਰ ਉਸ ਦੇ ਬਾਵਜੂਦ ਵੀ ਇਸ ਕੁੜੀ ਦੇ ਦਿਮਾਗ ਤੇ ਇੰਨੀਆਂ ਜ਼ਿਆਦਾ ਚਿੰਤਾਵਾਂ ਸੀ ਕਿ ਉਸਨੇ ਆਪਣੇ ਆਪ ਨੂੰ ਖਤਮ ਕਰਨਾ ਹੀ ਠੀਕ ਸਮਝਿਆ। ਇਹ ਸਾਰੀ ਖਬਰ ਨੂੰ ਲੈ ਕੇ ਪੁਲਿਸ ਦੇ ਵੱਲੋਂ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ। ਦੇਖਣਾ ਹੋਵੇਗਾ ਕਿ ਉਸ ਦਰਿੰਦੇ ਨੂੰ ਉਸਦੇ ਕਿੱਤੇ ਦੀ ਸਜ਼ਾ ਕਦੋਂ ਮਿਲਦੀ ਹੈ। ਉਹਨੂੰ ਇੱਕ ਲੜਕਾ ਟੌਰਚਰ ਕਰਦਾ ਸੀ, ਇਸ ਕਰਕੇ ਆਤਮਹੱਤਿਆ ਕਰ ਲਈ। ਕਿੱਥੋਂ ਦੀ ਨਿਵਾਸੀ ਸੀ ਕੁੜੀ? ਪੜ੍ਹਦੀ ਸੀ? ਨਹੀਂ ਜੀ, ਪੜ੍ਹਦੀ ਨਹੀਂ ਸੀ, ਘਰੇ ਰਹਿੰਦੀ ਸੀ। ਕਿੰਨੇ ਚਿਰ ਤੋਂ ਲੜਕਾ ਪਰੇਸ਼ਾਨ ਕਰ ਰਿਹਾ ਸੀ ਉਹਨੂੰ? और 15-20 दिनों की गल है जी। फिर उसने अपनी मम्मी को बताया, फिर उसकी मम्मी ने मेरे को बताया। मैंने उसको समझाया, माने नहीं, पर पता नहीं उसने क्या टॉर्चर किया। वो तो अपनी मम्मी कह रही थी कि धमकी देता है, हाँ तेरे फादर को गाड़ी के नीचे दे दूँगा, वो गाड़ी चलाता दूध वाली। पुलिस ने क्या कार्रवाई करी है? पुलिस ने तो बढ़िया कोऑपरेट किया भैया, उन्होंने पर्चा किया उनके नाम पे। क्या मांग करते हो पुलिस से? हमें तो यही है जी, हमें कार्रवाई चाहिए उनके, बस हर आरोपी काबू करेंगे। कहाँ का है लड़का? वो लड़का वैसे तो लोकली यहीं पे काम करता था, अब वो गायब हो चुका है, वो हाँ फरार है। पुलिस टीम कह रही थी, गए थे हम लोग, बोलने तो वो मिला नहीं। तो कह रहे हम पूरा आपका साथ देंगे। क्या काम करते हो? हम जी यही दिहाड़ी मजदूरी है। गल की हुई है? ਤੁਹਾਡੀ ਬੇਟੀ ਨੇ
ਸਰ ਇੱਕ ਲੜਕੀ ਨੇ ਉਸ ਮਾਮਲੇ 'ਚ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਸਰਕਾਰ ਨੂੰ ਹੁਕਮ ਮਿਲਿਆ ਜੀ ਕੱਲ੍ਹ ਜੀ ਤੇ ਉਹ ਕਿਹਦੇ ਪੁਲਿਸ ਨੇ 306 ਦਾ ਪਰਚਾ ਦੇ ਦਿੱਤਾ ਜੀ। ਕੌਣ ਮੁੰਡਾ ਸੀ, ਕੀ ਕਾਰਨ ਸੀ ਉਹਦਾ? ਕੋਈ ਮੁੰਡਾ ਸੀ ਉਹਨੂੰ ਜੀ ਫੋਨ ਤੇ ਪਰੇਸ਼ਾਨ ਕਰਦਾ ਸੀ ਤੇ ਇਸ ਕਰਕੇ ਫਿਰ ਕੋਈ ਪੁਲਿਸ ਉਹਦੇ ਲਈ ਛਾਪੇਮਾਰੀ ਕੀਤੀ ਸਰ? ਹਾਂ ਜਰਾ ਹਮਾਰੀ ਕੀਤੀ ਹੈ ਰੇਟ ਕੀਤਾ ਜੀ ਤੇ ਪੁਲਿਸ ਆ ਜੁਗਾ ਦੇ ਪਰਚਾ ਦੇ ਦਿੱਤਾ। ਪੁਲਿਸ ਦੇ ਵੱਲੋਂ ਮਾਪਿਆਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਪਰ ਦੱਸ ਦਈਏ ਕਿ ਅਜਿਹੀ ਹਰਕਤਾਂ ਕਰਨ ਵਾਲਾ ਦਰਿੰਦਾ ਇਸ ਸਮੇਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਘਰਦਿਆਂ ਦਾ ਵੀ ਕਹਿਣਾ ਹੈ ਕਿ ਅਸੀਂ ਉਹਨੂੰ ਲੱਭ ਰਹੇ ਹਾਂ, ਪਰ ਹੁਣ ਉਹ ਮੁੰਡਾ ਕਿਧਰੇ ਵੀ ਨਹੀਂ ਮਿਲ ਰਿਹਾ। ਇੱਕ ਬੱਚੀ ਦੀ ਜਾਨ ਲੈਣ ਤੋਂ ਬਾਅਦ ਉਹ ਗਾਇਬ ਹੋ ਚੁੱਕਿਆ ਹੈ, ਕਿਤੇ ਜਾ ਚੁੱਕਿਆ ਹੈ, ਸਭ ਕੁਝ ਛੱਡ ਕੇ ਭੱਜ ਗਿਆ, ਕਿਉਂਕਿ ਉਹ ਬਾਖੂਬੀ ਜਾਣਦਾ ਹੈ ਕਿ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਇੱਕ ਬੱਚੀ ਨੂੰ ਮਰਨ ਦੇ ਲਈ ਮਜਬੂਰ ਕਰਦੇ ਹੋਏ। ਜੇਕਰ ਅਜਿਹੇ ਲੋਕ ਪਹਿਲਾਂ ਸੁਧਰ ਜਾਣ ਜਾਂ ਫਿਰ ਇਹਨਾਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਜਾਵੇ ਤਾਂ ਬੱਚਿਆਂ ਦੀਆਂ ਜਾਨਾਂ ਬਚ ਸਕਦੀਆਂ ਨੇ। ਅੱਜ ਇੱਕ ਮਾਸੂਮ ਇਸ ਡਰ ਦੇ ਨਾਲ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ਕਿ ਉਸਦੇ ਮਾਪਿਆਂ ਨੂੰ ਕਿਤੇ ਕੁਝ ਹੋ ਨਾ ਜਾਵੇ। ਇੱਕ ਦਰਿੰਦੇ ਦੇ ਵੱਲੋਂ ਉਸ ਬੱਚੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਤੇਰੇ ਪਿਤਾ ਨੂੰ ਗੱਡੀ ਹੇਠਾਂ ਕੁਚਲ ਦਿੱਤਾ ਜਾਵੇਗਾ। ਇਸੇ ਡਰ ਨੂੰ ਲੈ ਕੇ ਉਸ ਬੱਚੀ ਨੇ ਖੁਦ ਨੂੰ ਹੀ ਖਤਮ ਕਰ ਲਿਆ। ਉਮੀਦ ਕਰਦੇ ਹਾਂ ਕਿ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਛੇਤੀ ਤੋਂ ਛੇਤੀ ਉਸ ਵਿਅਕਤੀ ਨੂੰ ਫੜ ਕੇ ਉਸ ਤੇ ਸਾਰੀ ਕਾਰਵਾਈ ਕਰਦੇ ਹੋਏ ਉਸ ਤੋਂ ਬੱਚੀ ਦੀ ਮੌਤ ਦਾ ਹਿਸਾਬ ਕਿਤਾਬ ਜ਼ਰੂਰ ਲਿਆ ਜਾਵੇਗਾ, ਤਾਂ ਕਿ ਉਸ ਦੇ ਮਾਪੇ ਸੁਖ ਸ਼ਾਂਤੀ ਦੇ ਨਾਲ ਰਹਿ ਸਕਣ। ਕਮ ਸੇ ਕਮ ਕੁਝ ਹੋਰ ਨਹੀਂ ਤਾਂ ਇਨਸਾਫ ਦੀ ਉਮੀਦ ਦੇ ਵਿੱਚ ਭਟਕ ਰਹੇ ਪਿਤਾ ਨੂੰ ਇਸ ਗੱਲ ਦੀ ਹੀ ਤਸੱਲੀ ਹੋ ਜਾਵੇ ਕਿ ਉਸਨਾਂ ਨੇ ਆਪਣੀ ਪੁੱਤਰੀ ਨੂੰ ਇਨਸਾਫ ਦਿਵਾ ਦਿੱਤਾ ਹੈ। ਉਹ ਨਾਬਾਲਗ ਧੀ ਜਿਹੜੀ ਘਰ ਦੇ ਵਿੱਚ ਹੀ ਰਹਿੰਦੀ ਸੀ, ਉਸ ਨੂੰ ਆਪਣੀ ਜ਼ਿੰਦਗੀ ਖਤਮ ਕਰਨੀ ਪੈ ਗਈ। ਮਾਪਿਆਂ ਦੇ ਵੱਲੋਂ ਵੀ ਆਪਣੇ ਬੱਚਿਆਂ ਦੇ ਨਾਲ ਹਜ਼ਾਰਾਂ ਤਰ੍ਹਾਂ ਦੀਆਂ ਉਮੀਦਾਂ ਜੋੜੀਆਂ ਜਾਂਦੀਆਂ ਨੇ, ਪਰ ਜਦ ਅਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ ਘਰ ਦੇ ਵਿੱਚ ਤਾਂ ਘਰ ਸੁੰਨਾ ਹੋ ਜਾਂਦਾ ਹੈ। ਨਾ ਰੋਟੀ ਖਾਣ ਨੂੰ ਜੀ ਕਰਦਾ ਅਤੇ ਨਾ ਹੀ ਘਰ ਆਉਣ ਨੂੰ ਜੀ ਕਰਦਾ। ਦਿਹਾੜੀ ਕਰਦਾ ਇਹ ਪਿਤਾ ਇਸ ਸਮੇਂ ਪੁਲਿਸ ਵਾਲਿਆਂ ਦੇ ਨਾਲ ਆਪਣੀ ਧੀ ਦੇ ਲਈ ਇਨਸਾਫ ਦੀ ਉਮੀਦ ਰੱਖਦਾ ਹੋਇਆ ਘੁੰਮ ਰਿਹਾ ਹੈ ਅਤੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਸਾਡੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈ। ਉਮੀਦ ਕਰਦੇ ਹਾਂ ਜਲਦ ਹੀ ਇਨਸਾਫ ਮਿਲੇਗਾ।